ब्रेक तो बाद तुहाडा स्वागत है। तो हुण वधदे हां अंतरराष्ट्रीय खबरां ਵੱਲ। सब तो पहला गल करते हैं कैनेडा की। कैनेडा दे विच खालसा डे परेड का आयोजन किया गया, जिथे 1 लाख तो वध लोगों ने भाग लिया। टोरंटो च खालसा डे परेड 2019 का आयोजन किया गया, जिस च करीब 1 लाख तो वध लोगों ने शमूलियत की। कैनेडा के नाल अमेरिका तो भी लोग विशेष तौर पर इस परेड का हिस्सा बने। A simple one today. I want to wish everybody happy Vaisakhi. ਤੇ ਬਹੁਤ ਵੱਡਾ ਇਕੱਠ ਹੈ। I've been coming here my whole life and it gets bigger every year. ਤੇ ਜਿਹੜੇ ਆਰਗੇਨਾਈਜ਼ਰਸ ਨੇ ਉਹਨਾਂ ਦਾ ਧੰਨਵਾਦ ਕਰਨਾ ਤੇ ਸੰਗਤ ਦਾ ਵੀ ਧੰਨਵਾਦ ਕਰਨਾ। ਇਦਾਂ ਦੇ ਫੰਕਸ਼ਨਸ ਦੇ ਵਿੱਚ ਲੋਕਾਂ ਨੂੰ ਪਤਾ ਲੱਗਦਾ ਬ੍ਰੌਡ ਕਮਿਊਨਿਟੀ ਨੂੰ ਕਿ ਸਿੱਖ ਕੌਣ ਨੇ ਤੇ at the same time ਸਿੱਖਾਂ ਵਾਸਤੇ it's really important for us to come and unite as well for one day, and I think it's a good day. ਸਾਡੇ ਨਾਲ ਇਸ ਵੇਲੇ ਐਨਡੀਪੀ ਦਾ ਲੀਡਰ ਜਗਮੀਤ ਸਿੰਘ ਵੀ ਪਹੁੰਚੇ ਹੋਏ ਆ ਖਾਲਸਾ ਡੇ ਪਰੇਡ ਤੇ ਨਗਰ ਕੀਰਤਨ ਤੇ। ਜਗਮੀਤ ਬਹੁਤ ਬਹੁਤ ਸ਼ੁਕਰੀਆ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਮੇਰੇ ਇਕੱਠੇ ਪੂਰੀ ਐਨਡੀਪੀ ਦੀ ਪ੍ਰੋਵਿੰਸ਼ੀਅਲ ਟੀਮ ਆਏ ਹੋਏ ਨੇ, ਇਲੈਕਟਡ ਅਫੀਸ਼ੀਅਲਸ। ਮਾਣ ਹੈ ਕਿ ਮੇਰੇ ਨਾਲ ਸੇਰਾ ਸਿੰਘ ਜੋ ਡਿਪਟੀ ਲੀਡਰ ਵੀ ਨੇ ਤੇ ਪੂਰੀ ਟੀਮ ਇੱਥੇ ਆਏ ਹੋਏ ਨੇ। ਤੁਸੀਂ ਹਮੇਸ਼ਾ ਹੀ ਟੋਰਾਂਟੋ ਨੂੰ ਪਹਿਲ ਰੱਖੀ ਹੈ, ਬੇਸ਼ੱਕ ਹੁਣ ਬਰਨਵੀ ਤੋਂ ਬਣ ਗਏ ਐਮਪੀ, ਪਰ ਤੁਹਾਡਾ ਜਿਹੜਾ ਦਿਲ ਹੈ ਉਹ ਅਜੇ ਵੀ ਟੋਰਾਂਟੋ 'ਚ ਧੜਕਦਾ। ਬਿਲਕੁਲ। ਆ ਦੇਖੋ, ਜਿੱਥੋਂ ਆਪਾਂ ਸ਼ੁਰੂ ਕਰਦੇ ਹਾਂ ਕੋਈ ਵੀ ਸਫ਼ਰ ਆਪਾਂ ਸਦੇ ਲਈ ਯਾਦ ਰੱਖਦੇ ਹਾਂ ਜਿੱਥੋਂ ਆਪਾਂ ਸ਼ੁਰੂ ਕੀਤਾ। ਤੇ ਆਪਣੀ ਜਿਹੜਾ ਰਾਜਨੀਤਿਕ ਖੇਤਰ, ਰਾਜਨੀਤਿਕ ਸਫ਼ਰ ਬਰੈਂਪਟਨ ਤੋਂ ਹੀ ਸ਼ੁਰੂ ਹੋਇਆ। ਟੋਰਾਂਟੋ ਦਾ ਮੈਂ ਜੰਮਪਲ ਹੈਗਾ, ਇੱਥੇ ਦਾ ਮੇਰਾ ਜਨਮ ਟੋਰਾਂਟੋ ਹੀ ਹੋਇਆ। ਸੋ ਇੱਥੇ ਮੇਰਾ ਹਰ ਵਕਤ ਹਰ ਵੇਲੇ ਦਿਲ ਧਰੂਗਾ। ਅਸੀਂ ਹੁਣੇ ਸਾਰੇ ਐਮਪੀਜ਼ ਜਿਹੜੇ ਲਿਬਰਲ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਕੀਤੀ ਹੈ, ਲੇਕਿਨ ਇਹਨਾਂ ਨੇ ਸਭ ਨੂੰ ਰਿਪਰੈਜ਼ੈਂਟ ਕੀਤਾ ਅੱਜ ਇਸ ਪਰੇਡ ਦੇ ਵਿੱਚ। ਸਟੇਜ ਦੇ ਉੱਤੇ ਸਾਡੇ ਮਿਨਿਸਟਰ ਨਵਦੀਪ ਬੈਂਸ ਹੋਰਾਂ ਨੇ। ਨਵਦੀਪ, ਖਾਲਸਾ ਡੇ ਦੀਆਂ ਨਗਰ ਕੀਰਤਨ ਦੀਆਂ ਸਭ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਵੀ ਜੀ, ਪ੍ਰਵਾਸੀ ਦੇ ਸਾਰੇ ਲਿਸਨਰਸ ਨੂੰ ਵੀ। ਦਿਸ ਇਜ਼ ਅ ਵੈਰੀ ਸਪੈਸ਼ਲ ਡੇ, not only for the Sikh community but for all Canadians, and it's great to see ਬਹੁਤ ਸੰਗਤ ਅੱਜ ਪਹੁੰਚੀ ਆ। ਬੜਾ ਵਧੀਆ ਲੱਗਦਾ ਤੇ ਬਹੁਤ ਹੀ ਚੰਗਾ ਮਾਹੌਲ ਹੈ। ਜਿਸ ਤਰੀਕੇ ਨਾਲ ਇੰਨੀ ਵੱਡੀ ਗਿਣਤੀ 'ਚ ਇਮੀਗ੍ਰੈਂਟਸ ਆ ਰਹੇ ਆ, ਸਟੂਡੈਂਟਸ ਆ ਰਹੇ ਆ ਔਰ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਆ ਰਹੇ ਆ। ਹਰ ਸਾਲ ਨਗਰ ਕੀਰਤਨ ਦੇ ਵਿੱਚ ਸੰਗਤ ਦੀ ਹਾਜ਼ਰੀ ਵੱਧਦੀ ਜਾ ਰਹੀ ਹੈ। ਇੱਦਾਂ ਹੀ ਲੱਗਦਾ ਜੀ, ਪਰ ਸਿਰਫ ਆਪਣੇ ਪੰਜਾਬੀ ਨਹੀਂ, ਸਿਰਫ ਸਿੱਖ ਨਹੀਂ, ਪਰ lot of non-Sikh, lot of non-Punjabis। ਮੈਂ ਬਹੁਤ ਮਹਿਸੂਸ ਕਰਦਾ ਜਦੋਂ ਵੀ ਮੈਂ ਇੱਥੇ ਹੁੰਦਾ ਕਿ ਇਹ ਸਿਰਫ ਸਿੱਖਾਂ ਦਾ ਸੈਲੀਬ੍ਰੇਸ਼ਨ ਨਹੀਂ, it's a Canadian celebration, and that is really a point of pride। ਜੋ ਇੱਥੇ ਦੇਖਦੇ ਇੱਦਾਂ ਲੱਗਦਾ ਹੈ ਕਿ ਇੰਨਾ ਵਧੀਆ ਮੁਲਕ ਹੈ। and as ਸਾਲ ਪਹਿਲੀ ਵਾਰ the first country to recognize April as Sikh Heritage Month, so this really is a point of pride, and again just shows how diverse we are, and and the fact that we TPP ਵਪਾਰ ਸਮਝੌਤੇ ਨੂੰ ਅਮਰੀਕਾ ਵੱਲੋਂ ਰੱਦ ਕੀਤੇ ਜਾਣ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਮੁੜ ਤੋਂ ਜਾਪਾਨ ਨਾਲ ਇਸ ਸਮਝੌਤੇ ਤੇ ਚਰਚਾ ਕੀਤੀ। ਜਾਪਾਨ ਦੇ ਪ੍ਰਧਾਨ ਮੰਤਰੀ ਤੇ ਕੈਨੇਡੀਅਨ ਪੀਐਮ ਨੇ ਓਟਾਵਾ 'ਚ ਮੁਲਾਕਾਤ ਕੀਤੀ ਤੇ TPP ਵਪਾਰ ਮੁੱਦੇ ਤੇ ਗੱਲਬਾਤ ਵੀ ਕੀਤੀ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਅਗਲੇ ਸਾਲ ਨਵੰਬਰ 'ਚ ਹੋਣ ਜਾ ਰਹੀਆਂ ਨੇ। ਹਾਲਾਂਕਿ ਇਸ ਸਾਲ ਪਹਿਲਾਂ ਹੀ ਕਈ ਲੀਡਰਾਂ ਨੇ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਤਾਜ਼ਾ ਨਾਮ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਦਾ ਵੀ ਸਾਹਮਣੇ ਆਇਆ। ਜੋ ਬਿਡੇਨ ਨੇ ਚੋਣ ਪ੍ਰਚਾਰ ਰੈਲੀ ਦੀ ਦਾਅਵੇਦਾਰੀ ਪੇਸ਼ ਕਰਨ ਦੇ ਨਾਲ ਹੀ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਅੱਜ ਦੇ ਬੁਲਟਨ ਦੇ ਵਿੱਚ ਇੰਨਾ ਹੀ। ਦੇਸ਼ ਤੇ ਦੁਨੀਆ ਦੀ ਹਰ ਵੱਡੀ ਖਬਰ ਲਈ ਤੁਸੀਂ ਬਣੇ ਰਹੋ ABP ਸਾਂਝਾ ਦੇ ਨਾਲ। ਲੋਕ ਸਭਾ ਚੋਣਾਂ ਦੀ ਸਰਗਰਮੀ ਦੇ ਵਿੱਚ ਇੱਕ ਵਾਰ ਮੁੜ ਤੋਂ BJP ਨੇ ਰਾਹੁਲ ਗਾਂਧੀ ਦੀ ਦੋਹਰੀ ਨਾਗਰਿਕਤਾ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ। BJP ਦੇ ਸੰਸਦ ਮੈਂਬਰ ਸੁਬਰਮਨਿਅਮ ਸਵਾਮੀ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਕੋਲ ਭਾਰਤ ਤੋਂ ਇਲਾਵਾ ਬ੍ਰਿਟਿਸ਼ ਦੀ ਵੀ ਨਾਗਰਿਕਤਾ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਇਸ ਦੀ ਸ਼ਿਕਾਇਤ ਕੀਤੀ ਤੇ ਗ੍ਰਹਿ ਮੰਤਰਾਲੇ ਨੇ ਹੁਣ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਲੋਕ ਸਭਾ ਚੋਣਾਂ ਦੀ ਸਰਗਰਮੀ ਦੇ ਵਿਚਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੋਹਰੀ ਨਾਗਰਿਕਤਾ ਨੂੰ ਲੈ ਕੇ ਰਾਹੁਲ ਗਾਂਧੀ ਨੂੰ 15 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਇਸ ਦੀ ਸ਼ਿਕਾਇਤ BJP ਦੇ ਸੰਸਦ ਮੈਂਬਰ ਸੁਬਰਮਨਿਅਮ ਸਵਾਮੀ ਨੇ ਕੀਤੀ ਹੈ। ਸੁਬਰਮਨਿਅਮ ਸਵਾਮੀ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਤੋਂ ਭਾਰਤ ਦੇ ਨਾਲ-ਨਾਲ ਬ੍ਰਿਟਿਸ਼ ਨਾਗਰਿਕ ਹੋਣ ਦੀ ਵੀ ਨਾਗਰਿਕਤਾ ਹੈ, ਜਿਸ ਨੂੰ ਰਾਹੁਲ ਗਾਂਧੀ ਲੁਕੋ ਰਹੇ ਨੇ। ਸੁਬਰਮਨਿਅਮ ਸਵਾਮੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਦਾਅਵਾ ਕੀਤਾ ਸੀ ਕਿ ਰਾਹੁਲ ਗਾਂਧੀ ਦਾ ਵਿਦੇਸ਼ੀ ਨਾਮ ਰਾਹੁਲ ਵਿੰਸੀ ਹੈ ਤੇ ਜਦੋਂ ਰਾਹੁਲ ਗਾਂਧੀ ਭਾਰਤ ਤੋਂ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਇਸੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। भ्रम की स्थिति को उत्पन्न किया है, आपने भ्रम की स्थिति को पैदा किया है, तो स्पष्टीकरण भी आप ही को देना पड़ेगा। इसलिए बंधुओं, इसमें कोई राजनीति नहीं है। राहुल गांधी जी ने खुद भ्रम की स्थिति पैदा की है और अब देश
उनसे स्पष्टीकरण और क्लैरिफिकेशन चाहता है। बंधुओं, एक बात मैं शुरुआत में ही बता दूं, राहुल गांधी जी और कांग्रेस पार्टी की एक आदत है, फर्जी चिट्ठियों के आधार पर, फर्जी दस्तावेजों के आधार पर, नॉन एग्जिस्टेंट मटेरियल के आधार पर जोर जोर से निर्लज्जता से चिल्लाते हुए देश में एक वातावरण को बिगाड़ने का प्रयास करना। उसका नतीजा हमने देखा है, कॉन्टेम्प्ट ऑफ कोर्ट भी लगा है, सुप्रीम कोर्ट में थोड़ी देर में मालूम पड़ेगा। मगर ये आज जो प्रेस कॉन्फ्रेंस हम कर रहे हैं, ये जो सवाल आज होम मिनिस्ट्री ने पूछा है, यह सत्यापित डॉक्यूमेंट्स अर्थात ऑथेंटिकेटेड डॉक्यूमेंट्स के आधार पर है और आधार भी उसके स्वयं राहुल गांधी है। और हम बहुत शालीनता से कुछ सवाल पूछेंगे, निर्लजता से नहीं, शालीनता से। राहुल गांधी जी के नाम के आगे डेट ऑफ बर्थ लिखा हुआ है 19/8/1970 और उसके नीचे जब सवाल उठता है कि आपकी नेशनैलिटी क्या है, तो सवाल पे लिखा हुआ है कि मेरी नेशनैलिटी ब्रिटिश है और आपकी पोजीशन क्या है, मैं कंपनी डायरेक्टर हूं। और एड्रेस भी आप देख सकते हैं, ये इंग्लैंड का एड्रेस है, यूके का एड्रेस है, तो ब्रिटिश हूं। तो एनुअल रिटर्न में कहना कि मैं ब्रिटिश हूं, ठीक उसी प्रकार जब कंपनी बनती है तब वो कहते हैं कि मैं ब्रिटिश हूं, और जब कंपनी डिसॉल्व होती है, आप वो भी देख सकते हैं कंपनी डिसॉल्व होने के कागज, ये कंपनी डिसॉल्व होने के दस्तावेज हैं, उसमें भी नेशनैलिटी ब्रिटिश आगे ऊपर लिखा हुआ है। मैं इसको निकाल के दिखाता हूं ताकि आपको इजी रहे। आप ऊपर देख सकते हैं राहुल गांधी government.uk, डेट ऑफ बर्थ भी आप देख सकते हैं सही लिखा हुआ है उनका, और बैकऑप्स लिमिटेड कंपनी का नाम, वहां नेशनैलिटी ब्रिटिश आता है और उसके बाद कंपनी को डिसॉल्व डिक्लेयर किया जाता है। तो जब ये कंपनी आरंभ होती है तब वो ब्रिटिशर हैं, जब ये कंपनी डिसॉल्व होती है 2009 में तब वो ब्रिटिशर हैं, जब 2005 और 2006 में इसकी एनुअल रिटर्न्स भरी जाती है तो वो अपने आप को अंग्रेज बताते हैं अर्थात ब्रिटिशर बताते हैं। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਾਮ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੇ ਕਾਂਗਰਸ ਪਾਰਟੀ ਵੀ ਫਰੰਟ ਫੁੱਟ ਤੇ ਆ ਚੁੱਕੀ ਹੈ। ਵਿਦੇਸ਼ੀ ਨਾਗਰਿਕਤਾ ਦੀ ਸ਼ਿਕਾਇਤ ਤੇ ਰਾਹੁਲ ਗਾਂਧੀ ਨੂੰ ਮਿਲੇ ਕੇਂਦਰ ਦੇ ਨੋਟਿਸ ਤੇ ਕਾਂਗਰਸ ਨੇ ਮੋਦੀ ਸਰਕਾਰ ਤੇ ਪਲਟਵਾਰ ਕੀਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੋਟਿਸ ਤੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਰਾਹੁਲ ਗਾਂਧੀ ਜਨਮ ਤੋਂ ਹੀ ਭਾਰਤੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰੁਜ਼ਗਾਰ, ਕਿਸਾਨਾਂ ਦੀ ਸਮੱਸਿਆ, ਕਾਲਾ ਧਨ ਸਮੇਤ ਹੋਰ ਦੇਸ਼ ਹਿੱਤ ਮੁੱਦਿਆਂ ਤੇ ਕੋਈ ਜਵਾਬ ਨਹੀਂ ਹੈ। ਇਸੇ ਲਈ ਬੀਜੇਪੀ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਅਜਿਹੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਦੇ ਨਾਲ ਹੀ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਫਰਜ਼ੀ ਕਹਾਣੀਆਂ ਦਾ ਸਹਾਰਾ ਲੈ ਰਹੀ ਹੈ। मोदी जी और भारतीय जनता पार्टी की चुनावी किश्ती अब डूब चुकी है और डूबी हुई चुनावी किश्ती में 4 चरणों के चुनाव में हार सामने देखकर अब मोदी जी और मोदी सरकार और भाजपा राजनीतिक संतुलन खो बैठी है। इसी प्रकार इस प्रकार के फर्जीवाड़े और झूठ के बवंडर अब वो आए दिन रचने की कोशिश करते हैं ताकि देश का ध्यान बेरोजगारी, किसानों की पीड़ा, व्यापारियों की व्यापार को लूटने और देश की डूबी हुई अर्थव्यवस्था से भटका सके। क्योंकि अब अच्छे दिन तो आए नहीं और ना काला धन वापिस आया और ना रोजगार और ना किसान को कीमत। सच्चाई यह है कि ये पूरा देश जानता है श्री राहुल गांधी जन्म से भारत के नागरिक हैं, सदैव रहेंगे। उनका और उनके परिवार का देश के लिए कुर्बानी का इतिहास है और इस प्रकार के बवंडर और झूठे बयानात देने वाली भाजपा कभी अपने षड्यंत्र में देश का ध्यान भटकाने में कामयाब नहीं होगी। मोदी जी, हम चुनौती देते हैं, 5 साल पहले भी आपने ये इल्जाम लगाए थे, 2.5 साल पहले आपने ये शिकायत गृह मंत्रालय को दी थी। 5 साल से आप क्या कर रहे थे? चुनाव में आप इस तरह के नोटिस देकर ध्यान नहीं भटका सकते। जवाब दीजिए अच्छे दिन कहाँ हैं, जवाब दीजिए 2 करोड़ रोजगार कहाँ हैं, जवाब दीजिए काला धन कहाँ है, जवाब दीजिए किसान को लागत पर 50% कब मिलेगा, जवाब दीजिए टैक्स टेररिज्म से व्यापारी पीड़ित क्यों हैं। इन सवालों का जवाब नहीं और उल जलूल बात डूबी हुई किश्ती के मालिक श्री नरेंद्र मोदी और उनकी सरकार आए दिन कर रही है। हम इसको सिरे से खारिज करते हैं। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੇ ਲਈ ਮੁਜ਼ੱਫਰਨਗਰ ਪਹੁੰਚੇ, ਜਿੱਥੇ ਉਹਨਾਂ ਨੇ ਚੋਣ ਰੈਲੀ 'ਚ ਲਾਲੂ ਪ੍ਰਸਾਦ ਯਾਦਵ ਅਤੇ ਕਾਂਗਰਸ ਤੇ ਨਿਸ਼ਾਨੇ ਲਗਾਏ। ਮੋਦੀ ਨੇ ਕਿਹਾ ਕਿ ਜਿਹੜੇ ਲੋਕ ਜੇਲ੍ਹ 'ਚ ਨੇ ਤੇ ਜੋ ਬੇਲ ਤੇ ਨੇ ਉਹ ਕੇਂਦਰ 'ਚ ਇੱਕ ਮਜਬੂਰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਬਿਹਾਰ ਦੀ ਜਨਤਾ ਇਸ ਗੱਠਜੋੜ ਨੂੰ 1 ਮਿੰਟ ਦੇ ਲਈ ਵੀ ਬਰਦਾਸ਼ਤ ਨਹੀਂ ਕਰ ਸਕਦੀ।
मैं बिहार के लोगों को सावधान कर रहा हूं। उनकी ताकत बढ़ाने का मतलब है बिहार में फिर से लूटपाट के दिन उस दौर को वापस लाना। उनकी ताकत बढ़ाने का मतलब है बेटियों का अपहरण, गुंडागर्दी, हत्याएं, हर योजना में भ्रष्टाचार। उनकी ताकत बढ़ाने का मतलब है सूरज ढलने के बाद अपने ही घर में कैद हो जाना, घुट घुट के जीना, पलायन के लिए मजबूर होना। जो जेल में है, जो जेल के दरवाजे पर है, जो बेल पर है, जो बेल के लिए कोर्ट कचहरी के चक्कर काट रहे हैं, वो सब केंद्र में एक मजबूत सरकार को एक मिनट भी बर्दाश्त नहीं करना चाहते। ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਚੋਣ ਰੈਲੀਆਂ ਦੌਰਾਨ ਆਪਣੇ ਭਾਸ਼ਣ ਨੂੰ ਲੈ ਕੇ ਲਗਾਤਾਰ ਵਿਵਾਦਾਂ 'ਚ ਘਿਰ ਰਹੇ ਨੇ। ਮੱਧ ਪ੍ਰਦੇਸ਼ ਦੇ ਭੋਪਾਲ 'ਚ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਤੇ ਬਿਆਨ ਦੀ ਬੀਜੇਪੀ ਨੇ ਨਿੰਦਾ ਕੀਤੀ ਹੈ। ਕੇਂਦਰੀ ਮੰਤਰੀ ਮੁਖਤਾਰ ਅਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਚੋਣਾਂ 'ਚ ਭਾਸ਼ਾ ਦੀ ਮਰਿਆਦਾ ਖੋ ਕੇ ਚੋਣ ਪ੍ਰਚਾਰ ਕਰ ਰਹੀ ਹੈ। ਲੋਕ ਸਭਾ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਤੋਂ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਸਾਰੇ ਮੋਦੀ ਚੋਰ ਨੇ, ਦੇਸ਼ ਦੀ ਗਰੀਬ ਜਨਤਾ ਦਾ ਪੈਸਾ ਲੁੱਟ ਕੇ ਜੋ ਵਿਦੇਸ਼ ਫਰਾਰ ਹੋ ਗਏ ਨੇ ਤੇ ਇਹਨਾਂ ਚੋਰਾਂ ਤੋਂ ਪੈਸਾ ਖੋ ਕੇ ਅਸੀਂ ਲੋਕਾਂ ਦੇ ਵਿੱਚ ਵੰਡਾਂਗੇ। काले धन के खिलाफ लड़ाई, आपके जेब में से पूरा का पूरा पैसा निकाल दिया, खींच लिया। मैं आपसे पूछना चाहता हूं, लाइन में आपके साथ अनिल अंबानी चोर खड़ा था क्या? मेहुल चौकसी चोर खड़ा था क्या? विजय माल्या चोर खड़ा था क्या? नहीं, एक भी चोर, एक भी काले धन वाला बुंदेलखंड के स्टेट बैंक के सामने, बाकी बैंक के सामने नहीं खड़ा था। मगर बुंदेलखंड के किसान, बेरोजगार युवा, छोटे दुकानदार, माताएं बहनें खड़ी। नरेंद्र मोदी जी को, हिंदुस्तान के 15-20 अनिल अंबानी जैसे चोरों को, अगर नरेंद्र मोदी जी लाखों करोड़ रुपए आपको दे सकते हैं, गरीब जनता के जेब से पैसा निकालकर उधर डाल सकते हैं, तो हम अनिल अंबानी जी आपकी जेब में से पैसा निकालकर वापस इन लोगों को देने वाले हैं। और मैं एक को नहीं छोड़ने वाला हूं, मैं एक को नहीं छोड़ने वाला हूं। नरेंद्र मोदी ने आपसे झूठ बोला, विजय माल्या, नीरव मोदी, मेहुल चौकसी, ललित मोदी, अनिल अंबानी, मैं एक को नहीं छोड़ने वाला हूं। इनका सबका पैसा उठा उठा के आपकी जेब में डालूंगा। ਆਸਾਰਾਮ ਦੇ ਪੁੱਤਰ ਨਾਰਾਇਣ ਸਾਈ ਨੂੰ ਸੂਰਤ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਬਲਾਤਕਾਰ ਮਾਮਲੇ 'ਚ ਅਦਾਲਤ ਨੇ ਸ਼ੁੱਕਰਵਾਰ ਨੂੰ ਨਾਰਾਇਣ ਸਾਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਸਾਰਾ ਮਾਮਲਾ 11 ਸਾਲ ਪੁਰਾਣਾ ਹੈ। ਨਾਰਾਇਣ ਤੇ ਆਸਾਰਾਮ ਖਿਲਾਫ ਸੂਰਤ ਦੀਆਂ ਦੋ ਭੈਣਾਂ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ। ਮੁੱਖ ਮੰਤਰੀ ਤੇ ਐਲਜੀ ਵਿਵਾਦ ਮਾਮਲੇ ਤੇ ਮਦਰਾਸ ਹਾਈ ਕੋਰਟ ਨੇ ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸਾਫ਼ ਕਰ ਦਿੱਤਾ ਕਿ ਕੇਂਦਰ ਸ਼ਾਸਿਤ ਸੂਬੇ ਪੁਡੂਚੇਰੀ ਦੀ ਗਤੀਵਿਧੀਆਂ 'ਚ ਦਖਲ ਦੇਣ ਦਾ ਕਿਰਨ ਬੇਦੀ ਤੋਂ ਕੋਈ ਹੱਕ ਨਹੀਂ ਹੈ। ਦਰਅਸਲ ਪਿਛਲੇ ਕਈ ਦਿਨਾਂ ਤੋਂ ਪੁਡੂਚੇਰੀ ਦੇ ਮੁੱਖ ਮੰਤਰੀ ਇਸ ਦਖਲ ਨੂੰ ਲੈ ਕੇ ਕਿਰਨ ਬੇਦੀ ਦੇ ਖਿਲਾਫ ਨਿਤਰੇ ਸਨ। ਉਧਰ ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਤੇ ਗਵਰਨਰ ਵਿਚਾਲੇ ਵੀ ਵਿਵਾਦ ਭਖਿਆ ਹੋਇਆ। ਪੁਡੂਚੇਰੀ ਨੂੰ ਰਾਹਤ ਮਿਲਣ ਤੋਂ ਬਾਅਦ ਦਿੱਲੀ ਸਰਕਾਰ ਨੂੰ ਕੁਝ ਆਸ ਦਿਖਾਈ ਦੇ ਰਹੀ है। लोकतंत्र में मोदी जी ने जो इतिहास रचा चुनी हुई सरकारों को कमजोर करने का, उसके सबसे दो बड़े उदाहरण दिल्ली और पौंडीचेरी थे। आज पुडुचेरी में मद्रास हाईकोर्ट का जो फैसला आया है, वहां फिर से लोकतंत्र की जीत हुई है, वहां चुनी हुई सरकार की जीत हुई है। ये बेसिकली वहां के चीफ मिनिस्टर की जीत नहीं है, वहां के विधायकों की जीत नहीं है। मैं इसको पुडुचेरी के आम आदमी की जीत मानता हूं, क्योंकि वो सरकार चुनता है और मोदी जी उस चुनी हुई सरकार को काम नहीं करने देते लेफ्टिनेंट गवर्नर के माध्यम से। तो आज मोदी जी हारे हैं,
पुदुचेरी का आम आदमी जीता है। ਸਮਾਂ ਹੋ ਗਿਆ ਇੱਕ ਹੋਰ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।